ਸਤਿ ਸ਼੍ਰੀ ਅਕਾਲ, ਮੈਂ ਹਾਂ ਨੀਰਜ ਬਾਲੀ। ਤੁਸੀਂ ਵੇਖ ਰਹੇ ਹੋ ਪੰਜਾਬ ਪਾਵਰ ਤੇ। ਜਿਸ ਨਾਂ ਨੂੰ 1984 ਦੇ ਦੰਗਿਆਂ ਨਾਲ ਜੋੜ ਕੇ ਪੀੜ੍ਹੀਆਂ ਕੱਟ ਗਈਆਂ, ਉਹ ਅਦਾਲਤ ਵਿੱਚ ਕਿਵੇਂ ਬੇਕਸੂਰ ਸਾਬਿਤ ਹੋ ਗਿਆ। ਸੱਜਣ ਕੁਮਾਰ ਕਿਉਂ ਤੇ ਕਿਵੇਂ? ਜੇ ਜੁਰਮ ਹੋਇਆ ਸੀ, ਗਵਾਹ ਮੌਜੂਦ ਸੀ, ਫਿਰ ਅਦਾਲਤ ਨੇ ਸੱਜਣ ਕੁਮਾਰ ਨੂੰ ਕਿਉਂ ਬਚਾ ਲਿਆ? ਕਾਨੂੰਨ ਦੇ ਅੰਦਰ ਲੁਕੇ ਕਾਰਨ ਕੀ ਨੇ? 35 ਸਾਲਾਂ ਦੀ ਲੜਾਈ, ਦਰਜਨਾਂ ਬਿਆਨ, ਕਮਿਸ਼ਨ ਦੀਆਂ ਰਿਪੋਰਟਾਂ, ਫਿਰ ਵੀ ਬਰੀ ਸੱਜਣ ਕੁਮਾਰ ਦਾ ਕੇਸ ਆਖਰ ਟੁੱਟਿਆ ਕਿੱਥੇ? ਇਹ ਕਹਾਣੀ ਜਜ਼ਬਾਤਾਂ ਦੀ ਨਹੀਂ, ਸਬੂਤਾਂ ਦੀ ਹੈ। ਜਿੱਥੇ ਸਬੂਤ ਕਮਜ਼ੋਰ ਪਏ, ਉੱਥੇ ਕਾਨੂੰਨ ਨੇ ਕਿਵੇਂ ਸੱਜਣ ਕੁਮਾਰ ਨੂੰ ਫਾਇਦਾ ਦਿੱਤਾ। 1984 ਦੀ ਹਿੰਸਾ, 2015 ਦੀ FIR, 2024 ਦਾ ਫੈਸਲਾ, 31 ਸਾਲਾਂ 'ਚ ਕੀ ਗੁੰਮ ਹੋ ਗਿਆ ਜਿਸ ਨੇ ਸੱਜਣ ਕੁਮਾਰ ਨੂੰ ਬਚਾ ਲਿਆ? ਅਦਾਲਤ ਨੇ ਇੱਕ ਲਾਈਨ ਰਾਹੀਂ ਬਿਯੋਂਡ ਰੀਜ਼ਨੇਬਲ ਡਾਊਟ ਸਾਬਿਤ ਨਹੀਂ ਇਹ ਕਿਹਾ, ਪਰ ਇਸ ਇੱਕ ਲਾਈਨ ਦੇ ਪਿੱਛੇ ਪੂਰਾ ਕੇਸ ਕਿਵੇਂ ਡਿੱਗ ਗਿਆ? ਪੀੜਤ ਕਹਿੰਦੇ ਨੇ ਇਹ ਨਿਆਂ ਨਹੀਂ, ਅਦਾਲਤ ਕਹਿੰਦੀ ਹੈ ਸਬੂਤ ਨਹੀਂ। ਸੱਜਣ ਕੁਮਾਰ ਦਾ ਕੇਸ ਸਿਸਟਮ ਦੇ ਲਈ ਕੀ ਸਵਾਲ ਛੱਡ ਗਿਆ? ਬਰੀ ਪਰ ਕਿਉਂ? ਦੋਸ਼ ਪਰ ਸਾਬਿਤ ਕਿਉਂ ਨਹੀਂ? ਸੱਜਣ ਕੁਮਾਰ ਦਾ ਕੇਸ ਕਾਨੂੰਨ ਦੀ ਕਸੌਟੀ ਤੇ। ਦਰਅਸਲ ਇਸ ਵੀਡੀਓ 'ਚ ਕੋਈ ਰਾਏ ਨਹੀਂ, ਸਿਰਫ ਅਦਾਲਤੀ ਤੱਥ, ਕਾਗਜ਼ਾਂ ਤੋਂ ਕੈਮਰੇ ਤੱਕ ਹੁੰਦੇ ਹੋਏ ਤੁਹਾਡੀਆਂ ਸਕਰੀਨਾਂ ਤੱਕ। 1984 ਸਿੱਖ ਵਿਰੋਧੀ ਦੰਗਿਆਂ ਦੇ ਨਾਲ ਜੁੜੇ ਕੇਸਾਂ ਦੇ ਵਿੱਚ ਸੱਜਣ ਕੁਮਾਰ ਦਾ ਨਾਮ 3 ਦਹਾਕੇ ਤੋਂ ਵੱਧ ਸਮੇਂ ਤੋਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਹਾਲੀਆ ਫੈਸਲੇ ਦੇ ਵਿੱਚ ਦਿੱਲੀ ਦੀ ਅਦਾਲਤ ਦੇ ਵੱਲੋਂ ਜਨਕਪੁਰੀ ਵਿਕਾਸਪੁਰੀ ਦੰਗਾ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਨਾਲ ਇੱਕ ਵਾਰ ਫਿਰ ਇਹ ਸਵਾਲ ਉੱਠ ਖੜਾ ਹੋਇਆ ਕਿ ਕੀ ਇਹ ਬਰੀ ਨਿਆਂ ਦੀ ਨਾਕਾਮੀ ਹੈ ਜਾਂ ਕਾਨੂੰਨੀ ਮਜਬੂਰੀ? ਇਸ ਗੱਲ ਨੂੰ ਸਮਝਣ ਦੇ ਲਈ ਜਜ਼ਬਾਤ ਨਹੀਂ, ਕਾਨੂੰਨ ਅਤੇ ਰਿਕਾਰਡ ਦੇ ਆਧਾਰ ਤੇ ਜਾਣਾ ਲਾਜ਼ਮੀ ਹੈ। ਸੱਜਣ ਕੁਮਾਰ ਦੇ ਖਿਲਾਫ ਇਹ ਮਾਮਲਾ 1984 ਦੇ ਤੁਰੰਤ ਬਾਅਦ ਦਰਜ ਨਹੀਂ ਹੋਇਆ। ਇਹ FIR ਲਗਭਗ 31 ਸਾਲ ਬਾਅਦ ਸਾਲ 2015 ਦੇ ਵਿੱਚ ਦਰਜ ਹੋਈ, ਜਦੋਂ ਦਿੱਲੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਯਾਨੀ ਕਿ SIT ਨੇ ਨਾਨਾਵਟੀ ਕਮਿਸ਼ਨ ਅਤੇ ਬਾਅਦ ਦੇ ਵਿੱਚ ਜਾਂਚ ਦੇ ਆਧਾਰ ਤੇ ਕੁਝ ਪੁਰਾਣੇ ਕੇਸ ਮੁੜ ਖੋਲ੍ਹੇ। ਇਹ ਕੇਸ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਦੇ ਵਿੱਚ ਹੋਈ ਹਿੰਸਾ ਦੇ ਨਾਲ ਜੁੜਿਆ ਸੀ, ਜਿੱਥੇ ਕਈ ਸਿੱਖ ਨਾਗਰਿਕਾਂ ਦੀ ਹੱਤਿਆ ਹੋਈ। FIR ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਸੱਜਣ ਕੁਮਾਰ ਨੇ ਭੀੜ ਨੂੰ ਉਕਸਾਇਆ ਅਤੇ ਹਿੰਸਕ ਕਾਰਵਾਈ ਦੇ ਵਿੱਚ ਭੂਮਿਕਾ ਨਿਭਾਈ। ਸ਼ੁਰੂਆਤੀ ਜਾਂਚ ਤੋਂ ਬਾਅਦ ਅਭਿਯੋਗ ਪੱਖ ਨੇ IPC ਦੀਆਂ ਧਾਰਾਵਾਂ 147, 148, 153A, 295, 109 ਲਗਾਈਆਂ, ਪਰ IPC ਯਾਨੀ 302 ਯਾਨੀ ਕਤਲ ਦੀ ਧਾਰਾ ਅਦਾਲਤ ਨੇ ਚਾਰਜ ਤੈਅ ਕਰਨ ਦੇ ਮੰਚ ਤੇ ਹੀ ਹਟਾ ਦਿੱਤੀ। ਅਦਾਲਤ ਦਾ ਸਪਸ਼ਟ ਮਤਲਬ ਸੀ ਕਿ ਕਤਲ ਦੇ ਲਈ ਸਿੱਧਾ, ਠੋਸ ਅਤੇ ਅਟਲ ਸਬੂਤ ਰਿਕਾਰਡ ਤੇ ਹੈ ਹੀ ਨਹੀਂ। ਤੇ ਟ੍ਰਾਇਲ ਦੇ ਦੌਰਾਨ ਸਭ ਤੋਂ ਵੱਡਾ ਮੁੱਦਾ ਬਣਿਆ ਗਵਾਹੀ ਦਾ ਸੁਭਾਅ। ਜ਼ਿਆਦਾਤਰ ਗਵਾਹਾਂ ਨੇ ਇਹ ਨਹੀਂ ਕਿਹਾ ਕਿ ਉਹਨਾਂ ਨੇ ਸੱਜਣ ਕੁਮਾਰ ਨੂੰ ਹਿੰਸਾ ਕਰਦੇ ਜਾਂ ਭੀੜ ਨੂੰ ਉਕਸਾਉਂਦੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਕਈ ਗਵਾਹਾਂ ਨੇ ਮੰਨਿਆ ਕਿ ਉਹਨਾਂ ਨੂੰ ਇਹ ਜਾਣਕਾਰੀ ਲੋਕਾਂ ਦੇ ਕੋਲੋਂ ਸੁਣੀ ਹੋਈ ਹੈ, ਉੱਥੋਂ ਮਿਲੀ ਹੈ। ਭਾਰਤੀ ਸਬੂਤ ਕਾਨੂੰਨ ਇੰਡੀਅਨ ਐਵੀਡੈਂਸ ਐਕਟ ਦੇ ਮੁਤਾਬਿਕ ਹੈਰੇਸੀ ਐਵੀਡੈਂਸ ਯਾਨੀ ਕਿ ਸੁਣੀ ਸੁਣਾਈ ਗੱਲ ਦੋਸ਼ ਸਾਬਿਤ ਕਰਨ ਦੇ ਲਈ ਕਾਫੀ ਨਹੀਂ ਮੰਨੀ ਜਾਂਦੀ। ਇਸ ਕੇਸ ਦੇ ਵਿੱਚ ਘਟਨਾ 1984 ਅਤੇ FIR 2015 ਚ ਦਰਜ ਹੋਈ ਦੇ ਵਿਚਕਾਰ ਲਗਭਗ 31 ਸਾਲਾਂ ਦਾ ਅੰਤਰ ਸੀ। ਅਦਾਲਤ ਨੇ ਮੰਨਿਆ, ਨੰਬਰ 1, ਕਈ ਗਵਾਹ ਮਰ ਚੁੱਕੇ ਨੇ, ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ। ਕਈਆਂ ਦੀ ਯਾਦ ਧੁੰਦਲੀ ਹੋ ਚੁੱਕੀ ਹੈ। ਕਈ ਅਹਿਮ ਦਸਤਾਵੇਜ਼ ਜਾਂ ਰਿਕਾਰਡ ਉਪਲਬਧ ਹੈ ਨਹੀਂ। ਦਰਅਸਲ ਕ੍ਰਿਮੀਨਲ ਜੂਰਿਸਪ੍ਰੂਡੈਂਸ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਸਮਾਂ ਲੱਗਦਾ ਹੈ, ਸਬੂਤਾਂ ਦੀ ਭਰੋਸੇਯੋਗਤਾ ਘਟਦੀ ਹੈ। ਤੇ ਫੌਜਦਾਰੀ ਕਾਨੂੰਨ ਦਾ ਮੂਲ ਅਸੂਲ ਇਹ ਹੈ ਕਿ ਦੋਸ਼ੀ ਨੂੰ ਤਦ ਹੀ ਸਜ਼ਾ ਮਿਲ ਸਕਦੀ ਹੈ ਜਦੋਂ ਦੋਸ਼ ਬਿਯੋਂਡ ਰੀਜ਼ਨੇਬਲ ਡਾਊਟ ਸਾਬਿਤ ਹੋਵੇ। ਇਸ ਕੇਸ ਦੇ ਵਿੱਚ ਅਦਾਲਤ ਨੇ ਕਿਹਾ ਕਿ ਸੱਜਣ ਕੁਮਾਰ ਦੀ ਘਟਨਾ ਸਥਲ ਤੇ ਮੌਜੂਦਗੀ ਸਿੱਧੇ ਤੌਰ ਤੇ ਸਾਬਿਤ ਨਹੀਂ। ਨੰਬਰ 2, ਉਕਸਾਣਾ ਜਾਂ ਹੁਕਮ ਦੇਣ ਦਾ ਕੋਈ ਲਿਖਤੀ ਜਾਂ ਦ੍ਰਿਸ਼ਟੀ ਸਬੂਤ ਨਹੀਂ ਹੈ। ਨੰਬਰ 3, ਭੀੜ ਦੇ ਨਾਲ ਸਿੱਧੀ ਕੜੀ ਸਥਾਪਿਤ ਨਹੀਂ ਹੁੰਦੀ ਹੈ। ਇਸ ਦੇ ਲਈ ਵਾਜਬ ਸ਼ੱਕ ਦਾ ਫਾਇਦਾ ਕਾਨੂੰਨ ਦੇ ਮੁਤਾਬਿਕ ਦੋਸ਼ੀ ਨੂੰ ਦਿੱਤਾ ਗਿਆ। ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸਾਫ਼ ਕਿਹਾ ਔਰ ਕੀਤਾ ਕਿ ਇਹ ਬਰੀ ਇਸ ਕੇਸ ਤੱਕ ਸੀਮਿਤ ਹੈ ਕਿਉਂਕਿ ਸੱਜਣ ਕੁਮਾਰ ਅਜੇ ਵੀ 1984 ਦੇ ਨਾਲ ਜੁੜੇ ਹੋਰ ਕੇਸਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਦਿੱਲੀ ਹਾਈ ਕੋਰਟ 2018 ਦੇ ਵਿੱਚ ਪਾਲਮ ਕਲੋਨੀ ਕੇਸ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਚੁੱਕੀ ਅਦਾਲਤ। ਪਰ ਹਰ FIR, ਹਰ ਕੇਸ ਅਤੇ ਹਰ ਘਟਨਾ ਕਾਨੂੰਨੀ ਤੌਰ ਤੇ ਵੱਖਰੀ ਮੰਨੀ ਜਾਂਦੀ ਹੈ। ਨਾਨਾਵਟੀ ਕਮਿਸ਼ਨ ਅਤੇ ਹੋਰ ਜਾਂਚ ਕਮਿਸ਼ਨਾਂ ਨੇ ਕਈ ਸਿਆਸੀ ਨੇਤਾਵਾਂ ਦੀ ਭੂਮਿਕਾ ਤੇ ਸਵਾਲ ਚੁੱਕੇ, ਪਰ ਕਮਿਸ਼ਨ ਦੀ ਰਿਪੋਰਟ ਸਜ਼ਾ ਦਾ ਆਧਾਰ ਨਹੀਂ, ਸਿਰਫ ਜਾਂਚ ਦਾ ਆਧਾਰ ਹੁੰਦੀ ਹੈ। ਅਦਾਲਤ ਸਿਰਫ ਉਸੇ ਸਬੂਤ ਤੇ ਫੈਸਲਾ ਕਰ ਸਕਦੀ ਹੈ ਜੋ ਕਾਨੂੰਨੀ ਤੌਰ ਤੇ ਕਬੂਲਯੋਗ ਹੋਵੇ। ਤੇ ਹੁਣ ਭਾਰਤੀ ਕਾਨੂੰਨ ਦੇ ਮੁਤਾਬਿਕ ਪੀੜਤ ਪੱਖ ਅਤੇ ਰਾਜ ਸਰਕਾਰ ਦੇ ਕੋਲ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਪੂਰਾ ਹੱਕ ਹੈ। ਇਹ ਫੈਸਲਾ ਆਖਰੀ ਨਹੀਂ, ਸਗੋਂ ਕਾਨੂੰਨੀ ਪ੍ਰਕਿਰਿਆ ਦਾ ਇੱਕ ਪੜਾਅ ਹੈ।
इस केस ਦੇ ਵਿੱਚ ਸੱਜਣ ਕੁਮਾਰ ਦੀ ਬਰੀ ਨੈਤਿਕਤਾ ਨਹੀਂ ਕਾਨੂੰਨੀ ਫੈਸਲਾ ਹੈ। ਅਦਾਲਤ ਨੇ ਭਾਵਨਾ ਮਨਾਈ, ਸਬੂਤ ਤਾਂ ਵੇਖੇ ਨੇ। ਜਿੱਥੇ ਸਬੂਤ ਕਮਜ਼ੋਰ ਨੇ ਉੱਥੇ ਕਾਨੂੰਨ ਨੂੰ ਦੋਸ਼ੀ ਦਾ ਫਾਇਦਾ ਦਿੱਤਾ। ਇਹ ਫੈਸਲਾ ਪੀੜਤਾਂ ਦੇ ਲਈ ਸੰਤੋਸ਼ਜਨਕ ਨਹੀਂ ਹੋ ਸਕਦਾ, ਪਰ ਕਾਨੂੰਨ ਦੀ ਭਾਸ਼ਾ ਦੇ ਵਿੱਚ ਇਹ ਸਬੂਤਾਂ ਦੀ ਨਾਕਾਮੀ ਦਾ ਨਤੀਜਾ ਹੈ, ਨਾ ਕਿ ਦੋਸ਼ਾਂ ਦੀ ਗੈਰ ਹਾਜ਼ਰੀ ਦਾ सर्टिफिकेट। ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ कमेंट करके जरूर दसना। आज कोर्ट ने बरी किया है तो कोई भी इल्ज़ाम साबित नहीं हुआ और एक्विटल हो गया है। तो सर हम विकास जाना चाहेंगे कि कहाँ का मामला था? ये था विकासपुरी और जनकपुरी पुलिस स्टेशन का था। 2 केसेस थे, 2 दिन बने थे, एक 31 तारीख, एक 1 तारीख। तो उसके अंदर 302 तो हम पे लगा नहीं था, प्रेजेंस वैसे साबित नहीं हुई। तो हमारा केस था कि दे हैव टारगेटेड। इससे पहले जितने भी गवाह ये लाए हैं ये पहले गवाह हो चुके थे। इन सब गवाहों ने आज से 36 साल पहले कहीं टाइटलर इसका सज्जन कुमार जी का नाम नहीं लिया। एक भी गवाह नहीं और एक भी नया गवाह नहीं है। 32-36 साल के बाद आके इन्होंने नाम लिया। तो कोर्ट का फाइनल ऑर्डर तो अभी हमें देखा नहीं। तो मेरे हिसाब से क्योंकि वारंट ऑफ एविडेंस है, वही लोग हैं, वही फ्रेश एविडेंस है, नहीं है कोई फ्रेश एविडेंस और फ्रेश वर्शन है, फ्रेश स्टोरी है इनको टारगेट करने के लिए वेयर दे हैव फेल्ड। तो वी आर थैंकफुल टू द जुडिशरी फॉर हैविंग एक्विटेड। ठीक है सर, इसमें सज्जन कुमार अकेले आरोपी थे या उनके साथ कोई सह आरोपी भी थे? सज्जन कुमार अकेले आरोपी थे। ये SIT ने किया था। 2016 के अंदर रजिस्ट्रेशन हुआ था, 5 केस रजिस्ट्रेशन हुए थे जिनमें से ये किया। तो 2016 से पहले हमारा कहीं भी इन्वॉल्वमेंट नहीं। आज 1984 सिख जेनोसाइड के एक मामले में जो राउज एवेन्यू कोर्ट ने फैसला दिया है जिसमें सज्जन कुमार को एक्विट किया गया है, ये बड़े दुख की बात है कि 42 साल बाद जिस केस में 5 गवाहों ने प्रोसिक्यूशन को सपोर्ट किया हो और जो आई विटनेस थे जिनके घर ऊपर स्टोन पेल्टिंग हुई वो खुद इंजर्ड हुए, उन्होंने स्टेटमेंट्स दी, उसके बावजूद सज्जन कुमार को एक्विट कर दिया गया। एक जो मेन कंप्लेनेंट थे और जो विटनेस भी थे सरदार हरविंदर सिंह, उनका एविडेंस नहीं हो पाया क्योंकि उनकी ट्रायल के दौरान ही डेथ हो गई। लेकिन अभी क्योंकि ऑर्डर की कॉपी नहीं आई है, पता नहीं जज साहब ने किस बेस पे उसको बरी किया है, पर इस ऑर्डर से मैं समझता हूँ कि सारे ही सिख कम्युनिटी में बहुत बड़ा एक रोष है कि जब 5 गवाहों ने एक प्रोसिक्यूट को सपोर्ट किया और उसके बावजूद इसको क्विट कर देना, ये बड़े अफसोस की बात है। हम इस ऑर्डर की जो कॉपी है वो लेने के बाद इसको स्टडी करके इसके ख़िलाफ़ अपील करवाएंगे ताकि हाई कोर्ट से इसको सज्जन कुमार को इस केस में, जिसमें कि 3 लोगों को मारा गया था, 1 नवंबर को एक गुरचरण सिंह को जलते हुए जो एक टेम्पू था उसके अंदर फेंक दिया गया तो उनकी डेथ हुई, और 2 जने अवतार सिंह और सोन सिंह, उनको 2 नवंबर को मारा गया। और सज्जन कुमार उस जो मॉब थी उसको लीड कर रहा था। ये गवाहों ने वहाँ पे अपनी गवाही दी है और उसके बावजूद उसको क्विट कर दिया गया। इसके लिए हम अब हाई कोर्ट में अपील करेंगे। हालांकि सज्जन कुमार 3 केसेस में ऑलरेडी जो उम्र कैद है वो उसको हुई है और वो जेल में ही रहेगा। इस केस से उसके जेल से बाहर आने में कोई फ़र्क नहीं पड़ेगा। लेकिन क्योंकि हर केस की हर एक फैमिली इन्वॉल्व होती है हर केस में, तो मैं समझता हूँ कि उन परिवारों के लिए आज बड़ी दुख की बात है कि जिन्होंने गवाही दी, जिनके घर के 3 जी जो थे चले गए, जिनको मार दिया गया, कत्ल कर दिया गया, और उसके बावजूद आज सज्जन कुमार को बरी कर दिया गया। ये बड़े दुख की बात है जी। सर, सज्जन कुमार ने आज वीडियो कॉन्फ्रेंसिंग के जरिए जब वो पेश हुआ था तो उसने कोर्ट में कहा है कि ऐसा कुछ करना तो दूर, मैं ऐसा कुछ करने के बारे में सोच भी नहीं सकता हूँ। देखिए, सज्जन कुमार अब जो भी कहे वो उसकी अपनी दलील है, लेकिन जो सज्जन कुमार ने पाप किया है, जिस तरीके से उसने राजनगर में, साधनगर में, पालम में जिस तरीके से कत्ल करवाए थे, मॉब को लीड किया था, और जिस तरीके से सरस्वती विहार में जिसमें उसको 2 उम्र कैद हुई है, सज़ा हुई है, उसने लीड करते हुए मॉब को वहाँ पे जाके जो है उनको कत्ल किया था सिखों को।
तो ये सज्जन कुमार के कहने से नहीं होगा, ये तो जो प्रूफ है, जो सबूत हैं, जो गवाह है, जिन्होंने गवाहियाँ दी हैं, जिन्होंने खुद देखा सज्जन कुमार को, वो कहीं किसी भी तरह से सज्जन कुमार के ये कहने से वो कोई सच साबित नहीं होएगा। कोर्ट के द्वारा कहा गया कि ऐसा कोई प्रूफ नहीं मिल पाया जिससे ये पता चल सके कि कॉन्स्पिरेसी में, देखिए इस शब्द पे जोर दिया था कि कॉन्स्पिरेसी में सज्जन कुमार का हाथ था। देखिए, जो आई विटनेस है, जिनके घरों के ऊपर पत्थर फेंके गए, जिनको पत्थर लगे, जिनकी इंजरीज हुई हैं, उन्होंने खुद स्टेटमेंट दी है कि सज्जन कुमार वहाँ लीड कर रहा था मॉब को। तो मैं समझता हूँ कि कोर्ट को और इससे ज़्यादा बड़ा प्रूफ क्या चाहिए कि कॉन्स्पिरेसी, इससे ज़्यादा और कॉन्स्पिरेसी क्या हो सकती है कि सज्जन कुमार जो इंजर्ड हुए, उन्होंने खुद विटनेस गवाही दी है कि सज्जन कुमार वहाँ मॉब को लीड कर रहा था। तो इससे ज़्यादा मैं समझता हूँ और कोर्ट को कॉन्स्पिरेसी प्रूव करने के लिए क्या चाहिए था। लेकिन जज साहब की जो भी ऑर्डर हुआ है, वो अब डिटेल में स्टडी करके हम उसको जरूर चैलेंज करेंगे। ऑर्डर कॉपी आने के बाद हाई कोर्ट का रुख करेंगे आप लोग? बिल्कुल 100% हाई कोर्ट का रुख करेंगे और किसी भी सूरत में सज्जन कुमार के जो पाप है बख्शे नहीं जाएंगे। अगर यहाँ उसको रिलीफ मिली है तो हाई कोर्ट में हमें पूरा विश्वास है कि हाई कोर्ट में उसको सज़ा होगी।